ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ जुड़ बैठी परम सन्मान योग सत्कार योग गुरु की साजी और नवाजी हुई गुरु खालसा साध संगत जीओ वड्डियां भागां वाले हो। अमृत वेले तो सतगुरां दे पवित्र चरनां च जुड़ के सतगुरु नौवें पातशाह श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान ते नतमस्तक हो के अपने जीवन दियां कुछ घड़ियां सतगुरां दे लेखे ला के सफला और सकारथा कर रहे हो। आसा जी दी वार दे कीर्तन तो उपरंत सतगुरु जी दे शब्द दी विचार दा वेला है। ਜਿਹੜੇ ਗੁਰਮੁਖ ਸ਼ਬਦ ਵਿਚਾਰ ਦਾ ਵੇਲਾ ਸੰਭਾਲਦੇ ਹਨ ਉਹ ਸਤਿਗੁਰਾਂ ਦੇ ਸਿੱਖੀ ਦੇ ਸੰਚੇ ਵਿੱਚ ਆਪਣੇ ਆਪ ਨੂੰ ਢਾਲਣ ਵਾਸਤੇ ਸਮਰੱਥ ਹੁੰਦੇ ਹਨ। ਜਿਹੜੇ ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦੇ, ਗੁਰਬਾਣੀ ਦੀ ਵਿਚਾਰ ਨਹੀਂ ਸਰਵਣ ਕਰਦੇ, ਉਹਨਾਂ ਨੂੰ ਗੁਰਸਿੱਖੀ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰਸਿੱਖੀ ਦੀ ਰਹਿਣੀ ਬਹਿਣੀ, ਗੁਰਸਿੱਖੀ ਦੀ ਕਰਨੀ, ਗੁਰਸਿੱਖੀ ਦਾ ਬੋਲਣਾ, ਆਚਰਣ ਵਿਵਹਾਰ, ਜਨਮ ਤੋਂ ਲੈ ਕੇ ਮਰਨ ਪਰਯੰਤ ਤੱਕ ਦੇ ਜਿਤਨੇ ਸੰਸਕਾਰ ਨੇ ਉਹ ਗੁਰਬਾਣੀ ਦੀ ਵਿਚਾਰ ਦੁਆਰਾ ਪਤਾ ਲੱਗਦੇ ਹਨ। ਗੁਰਬਾਣੀ ਦੀ ਵਿਚਾਰ ਚੋਂ ਤਿਨਾਂ ਦਾ ਗਿਆਨ ਹੁੰਦਾ ਹੈ। इस करके गुरु के सिखा वास्ते सतगुरु जी ने विहित कीता है, मर्यादा बनाई है कि जिथे गुरबाणी दा कीर्तन होवे उत्थे नाल गुरबाणी दी विचार होवे, गुरबाणी दी कथा होवे। सतगुरु जी ने अमृत वेले तख्तां ते प्रकाशमान हुंदियां पावन पवित्र श्री मुखवाक हुक्मनामे दी दात बख्शिश कीती है। आओ कुछ समय ਲਈ ਆਪਣੀਆਂ ਸੁਰਤੀਆਂ ਬਿਰਤੀਆਂ ਸਤਿਗੁਰੂ ਜੀ ਦੇ ਸ਼ਬਦ ਨਾਲ ਜੋੜੀਏ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜਦਿਆਂ ਹੋਇਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਰਾਗ ਬਿਲਾਵਲ ਹੈ। ਬਿਲਾਵਲ ਰਾਗ ਖੁਸ਼ੀ ਦਾ ਰਾਗ ਹੈ। ਖਾਲਸਾ ਜੀ ਜਿਹੜੇ ਰਾਗ ਹਨ ਇਹ ਜੜ ਨਹੀਂ ਹਨ, ਇਹ ਰਾਗ ਚੇਤਨ ਹਨ। ਪੱਥਰ ਜੜ ਹੁੰਦਾ ਨਾ, ਪੱਥਰ ਵਿੱਚ ਕੋਈ ਕਿਰਿਆ ਨਹੀਂ ਹੁੰਦੀ, ਪਰ ਜਿਹੜੇ ਜੀਵ ਨੇ ਚਾਰ ਉਹ ਚੇਤਨ ਨੇ, ਟੁਰਦੇ ਫਿਰਦੇ ਨੇ, ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਜਿਹੜੇ ਰਾਗ ਹਨ ਇਹ ਚੇਤਨ ਨੇ, ਜੜ ਨਹੀਂ ਹਨ। ਇਹਨਾਂ ਵਿੱਚ ਸ਼ਕਤੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਇਹਨਾਂ ਦਾ ਵੀ ਪਰਿਵਾਰ ਹੈ, ਇਹਨਾਂ ਦੀਆਂ ਵੀ ਘਰ ਵਾਲੀਆਂ ਨੇ, ਇਹਨਾਂ ਦੇ ਵੀ ਅੱਗੇ ਪੁੱਤਰ ਨੇ।
ਇਹਨਾਂ ਦਾ ਵੀ ਅੱਗੇ ਵਿਸਥਾਰ ਹੈ। ਇਹ ਚੇਤਨ ਹਨ। ਰਾਗ ਬਾਲਾ ਵਿੱਚ ਇਹਨਾਂ ਸਾਰੇ ਰਾਗਾਂ ਦੇ ਪਰਿਵਾਰਾਂ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ। ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੈ ਆਠੋਂ ਨੰਦਨ। ਇੱਕ ਇੱਕ ਰਾਗ ਦੀਆਂ ਪੰਜ ਪੰਜ ਘਰ ਵਾਲੀਆਂ ਨੇ ਤੇ ਅੱਠ ਅੱਠ ਪੁੱਤਰ ਨੇ। ਇਹਨਾਂ ਦਾ ਪਰਿਵਾਰ ਹੈ, ਇਹਨਾਂ ਦਾ ਵਿਸਥਾਰ ਹੈ। ਇਹ ਚੇਤਨ ਹਨ। ਇਹਨਾਂ ਵਿੱਚ ਵੀ ਸ਼ਕਤੀ ਹੈ। ਜਿਹੜੇ ਰਾਗਾਂ ਦੇ ਸਾਧਕ ਨੇ, ਸਾਧਨਾ ਕਰਦੇ ਹਨ ਰਾਗਾਂ ਦੀ, ਉਹ ਸਾਧਨਾ ਕਰਦਿਆਂ ਕਰਦਿਆਂ ਇਹਨਾਂ ਰਾਗਾਂ ਦੀ ਚੇਤਨਾ ਨੂੰ ਜਗਾ ਲੈਂਦੇ ਹਨ। ਐਸੇ ਬਹੁਤ ਸਾਰੇ ਪ੍ਰਸੰਗ ਸੁਣਨ ਵਿੱਚ ਆਉਂਦੇ ਨੇ, ਪੜ੍ਹਨ ਵਿੱਚ ਆਉਂਦੇ ਨੇ ਕਿ ਬੜੇ ਬੜੇ ਗਵਈਏ ਹੋਏ ਜਿਨ੍ਹਾਂ ਨੇ ਮਲਾਰ ਰਾਗ ਗਾਇਨ ਕਰਕੇ ਮੀਂਹ ਵਰਸਾ ਦਿੱਤਾ। ਕਿ ਜਦੋਂ ਮਲਾਰ ਗਾਇਆ, ਮੇਘ ਗਾਇਆ ਤੇ ਮੀਂਹ ਵਰਸਣ ਲੱਗ ਪਿਆ। ਜਾਂ ਦੀਪਕ ਰਾਗ ਗਾਇਆ ਤੇ ਬੁੱਝੇ ਹੋਏ ਦੀਵੇ ਜਿਹੜੇ ਸਨ ਉਹ ਜਗਣ ਲੱਗ ਪਏ। ਵਾਕਈ ਇਹ ਸੱਤ ਹੈ, ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਹੈ। ਰਾਗਾਂ ਵਿੱਚ ਸ਼ਕਤੀ ਹੈ, ਰਾਗਾਂ ਵਿੱਚ ਕਲਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਸਤਿਗੁਰਾਂ ਨੇ 31 ਰਾਗ ਮੁੱਖ ਰੂਪ 'ਚ ਲਿਖੇ ਹਨ। ਉਹਨਾਂ ਰਾਗਾਂ ਵਿੱਚ ਵੀ ਚੇਤਨਾ ਹੈ। ਹਰ ਸਮੇਂ ਦਾ ਹਰ ਰਾਗ ਹੈ। ਮੌਸਮਾਂ ਦਾ ਵੀ ਰਾਗ ਹੁੰਦਾ ਹੈ। ਮੌਸਮ ਦੇ ਮੁਤਾਬਕ ਰਾਗ ਗਾਏ ਜਾਂਦੇ ਨੇ, ਸਮੇਂ ਦੇ ਮੁਤਾਬਕ ਰਾਗ ਗਾਏ ਜਾਂਦੇ ਨੇ। ਜਿਹੜੇ ਸਮੇਂ ਦਾ ਜਿਹੜਾ ਰਾਗ ਹੋਵੇ ਉਸੇ ਸਮੇਂ ਸੋਭਦਾ। ਹੁਣ ਜੇਠ ਹਾੜ ਦੀ ਤਪਦੀ ਗਰਮੀ ਹੋਵੇ, ਕੜਕਦੀ ਧੁੱਪ ਚੜੀ ਹੋਵੇ ਤੇ ਆਪਾਂ ਉਦੋਂ ਮਲਾਰ ਨਹੀਂ ਗਾ ਸਕਦੇ। ਮਲਾਰ ਰਾਗ ਗਾਇਨ ਕਰਨ ਦਾ ਆ ਜਿਹੜਾ ਸਮਾਂ ਹੁਣ ਚੱਲ ਰਿਹਾ, ਵਰਖਾ ਦਾ, ਸਾਵਣ ਦਾ ਮਹੀਨਾ, ਭਾਦਰੋਂ ਦਾ ਮਹੀਨਾ, ਜਦੋਂ ਮੀਂਹ ਵਰਸਣ ਲੱਗੇ, ਆਕਾਸ਼ ਵਿੱਚ ਬੱਦਲਵਾਈ ਹੋਵੇ, ਉਦੋਂ ਹੀ ਮਲਾਰ ਰਾਗ ਸੋਭਦਾ। ਇਸੇ ਤਰ੍ਹਾਂ ਬਸੰਤ ਰਾਗ ਦਾ ਵੀ ਆਪਣਾ ਸਮਾਂ ਹੈ। ਬਸੰਤ ਰਿਤੂ ਵਿੱਚ ਅੱਠੇ ਪੈਰ ਜਦੋਂ ਮਰਜ਼ੀ ਗਾਇਆ ਜਾ ਸਕਦਾ। ਤੋ ਇਸੇ ਪ੍ਰਕਾਰ ਨਾਲ ਵਡਹੰਸ ਦਾ ਆਪਣਾ ਸਮਾਂ, ਜਦੋਂ ਵਿਰਾਗ ਦਾ ਮਾਹੌਲ ਹੋਵੇ, ਜਦੋਂ ਵਿਰਾਗਮਈ ਕਿਸੇ ਸਮਾਗਮ ਵਿੱਚ ਬੈਠੇ ਹੋਈਏ, ਦਿਲਾਂ ਵਿੱਚ ਵਿਰਾਗ ਦਾ ਭਾਵ ਹੋਵੇ, ਉਦੋਂ ਵਡਹੰਸ ਰਾਗ ਉਸ ਵਿਰਾਗ ਦੇ ਭਾਵ ਨੂੰ ਉਤਪੰਨ ਕਰਦਾ। ਇਸੇ ਤਰ੍ਹਾਂ ਜਦੋਂ ਖੁਸ਼ੀ ਦੀ ਗੱਲ ਹੋਵੇ, ਜਦੋਂ ਖੇੜੇ ਦੀ ਬਾਤ ਹੋਵੇ, ਤਾਂ ਖੁਸ਼ੀ ਦੇ ਉਸ ਖੇੜੇ ਦੇ ਸਮੇਂ ਵਿੱਚ ਬਿਲਾਵਲ ਰਾਗ ਗਾਵਿਆ ਜਾਂਦਾ। ਉਦੋਂ ਬਿਲਾਵਲ ਦਾ ਸਮਾਂ ਹੈ। ਗੁਰੂ ਘਰ ਵਿੱਚ ਆਸਾ ਜੀ ਦੀ ਵਾਰ ਦੀ ਚੌਂਕੀ ਤੋਂ ਬਾਅਦ ਜਿਹੜੀ ਅਗਲੇਰੀ ਚੌਂਕੀ ਹੈ, ਉਹ ਬਿਲਾਵਲ ਰਾਗ ਦੀ ਚੌਂਕੀ ਹੈ। ਤੋ ਸਤਿਗੁਰੂ ਜੀ ਨੇ ਰਾਗ ਬਿਲਾਵਲ ਵਿੱਚ ਅੱਜ ਦਾ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕੀਤੀ ਹੈ। ਹੇ ਸੰਤ ਜਨੋ ਆਵੋ ਸੰਤ ਮਿਲੋ ਮੇਰੇ ਭਾਈ। ਹੇ ਰੱਬ ਦੇ ਪਿਆਰਿਓ, ਹੇ ਸੰਤ ਜਨੋ ਆਓ ਮਿਲੋ, ਤੁਸੀਂ ਮੇਰੇ ਭਰਾ ਹੋ, ਤੁਸੀਂ ਮੇਰੇ ਭਾਈ ਹੋ। ਆਓ ਮਿਲੋ, ਮਿਲ ਕੇ ਆਪਾਂ ਇਕੱਠੇ ਹੋ ਕੇ ਬੈਠੀਏ, ਔਰ ਇਕੱਠੇ ਹੋ ਕੇ ਬੈਠੀਏ ਤੇ ਤੁਸੀਂ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਹਰੇਕ ਕਥਾ ਕਹੋ। ਦੋ ਵਾਰੀ ਸ਼ਬਦ ਆਇਆ ਨਾ, ਹਰ ਹਰ ਕਥਾ ਕਰੋ। ਹਰੀ ਅਕਾਲ ਪੁਰਖ ਪਰਮੇਸ਼ਰ ਦੀ। ਦੂਸਰੀ ਵਾਰ ਜਿਹੜਾ ਹਰ ਆਇਆ ਉਹਦਾ ਅਰਥ ਕਰਾਂਗੇ ਹਰੇਕ। ਹਰੀ ਦੀ ਹਰ ਇੱਕ ਕਥਾ ਕਰੋ, ਯਾਨੀ ਕਿ ਜਿਤਨੀਆਂ ਕਥਾਵਾਂ ਪਰਮੇਸ਼ਰ ਦੀਆਂ, ਹਰੀ ਦੀਆਂ ਸੰਸਾਰ 'ਚ ਪ੍ਰਸਿੱਧ ਨੇ, ਉਹ ਹਰ ਇੱਕ ਕਥਾ ਤੁਸੀਂ ਸਾਨੂੰ ਸਰਵਣ ਕਰਵਾਓ, ਹਰੀ ਦੀ ਕਥਾ ਕਹਿ ਕੇ ਸੁਣਾਓ। ਇਹ ਤੁਹਾਡਾ ਸਾਡੇ ਤੇ ਵੱਡਾ ਉਪਕਾਰ ਹੋਵੇਗਾ। ਮਿਲ ਕੇ ਇਕੱਤਰ ਹੋ ਕੇ, ਹੇ ਸੰਤ ਜਨੋ, ਹੇ ਮੇਰੇ ਭਰਾਵੋ, ਨਿਰੰਕਾਰ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਕਥਾ ਕਰੋ। ਅਕਾਲ ਪੁਰਖ ਦੀ ਕਥਾ ਦੁਨੀਆ ਦੀਆਂ ਜਿਤਨੀਆਂ ਕਥਾਵਾਂ ਹਨ ਸਭ ਤੋਂ ਸਰਵੋਤਮ ਹੈ, ਸਭ ਤੋਂ ਸ੍ਰੇਸ਼ਟ ਹੈ, ਸਭ ਤੇ ਉੱਤਮ। ਹਰ ਕੀ ਕਥਾ, ਹਰੀ ਦੀ ਕਥਾ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਇਸ ਕਰਕੇ ਕਹਿੰਦੇ ਹਰੀ ਦੀ ਕਥਾ ਕਰੋ, ਨਿਰੰਕਾਰ ਦੀ ਕਥਾ ਕਰੋ। ਹਰੀ ਦੀ ਕਥਾ, ਗੁਰਬਾਣੀ ਦੀ ਕਥਾ ਝੜੀ ਦਾ ਮੀਂਹ ਹੈ।
ਨਿੱਕੀ ਨਿੱਕੀ ਫੂੜ ਹੈ, ਜਿਸ ਜਗ੍ਹਾ ਤੇ ਪੈਂਦੀ ਆ ਉੱਥੇ ਧਸਦੀ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਕਥਾ ਗੁਰੂ ਖਾਲਸਾ ਜੀ ਹਰ ਇੱਕ ਮਾਈ ਭਾਈ ਨੂੰ ਸਮਝ ਪੈ ਜਾਂਦੀ ਹੈ। ਕੀਰਤਨ ਸਾਰਿਆਂ ਨੂੰ ਸਮਝ ਨਹੀਂ ਪੈਂਦਾ, ਪਰ ਗੁਰਬਾਣੀ ਦੀ ਕਥਾ ਸਾਰਿਆਂ ਦੀ ਸਮਝ ਵਿੱਚ ਪੈਂਦੀ ਹੈ। ਇਸ ਕਰਕੇ ਮਹਾਰਾਜ ਜੀ ਨੇ ਇਤਿਹਾਸ ਵਿੱਚ ਗੁਰਬਾਣੀ ਦੀ ਕਥਾ ਨੂੰ ਝੜੀ ਦੇ ਮੀਂਹ ਨਾਲ ਤਸਬੀਹ ਦਿੱਤੀ। ਝੜੀ ਲਾਏ ਜਿਉ ਬਰਖੈ ਜਲ ਹੈ, ਸੁਣੋ ਕਥਾ ਮਹਾਤਮ ਕੋ ਫਲ। ਹੇ ਭਾਈ, ਕਥਾ ਦਾ ਮਹਾਤਮ ਤੇ ਕਥਾ ਦਾ ਫਲ ਇਹ ਸੁਣੋ ਕਿ ਜਿਵੇਂ ਝੜੀ ਦਾ ਮੀਂਹ ਹੁੰਦਾ ਤਿਵੇਂ ਗੁਰਬਾਣੀ ਦੀ ਕਥਾ ਹੈ। ਤੇ ਹੇ ਰੱਬ ਦੇ ਪਿਆਰਿਓ ਸੰਤ ਜਨੋ, ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਕਰਕੇ ਸਰਵਣ ਕਰਵਾਓ। ਕਲਗੀਧਰ ਜੀ ਕਹਿੰਦੇ, ਜੋ ਇਹ ਕਥਾ ਸੁਣਿਆ ਰਗਾਵੈ, ਜੋ ਇਹ ਕਥਾ ਸੁਣਿਆ ਰਗਾਵੈ, ਦੁਖ ਪਾਪ ਤਿਹ ਨਿਕਟ ਨਾ ਆਵੈ। ਜਿਹੜੇ ਸਤਿਗੁਰਾਂ ਦੀ ਇਸ ਪਾਵਨ ਬਾਣੀ ਦੀ ਕਥਾ ਨੂੰ ਸੁਣਦੇ ਹਨ ਜਾਂ ਫਿਰ ਗਾਉਂਦੇ ਹਨ, ਉਹਨਾਂ ਦੇ ਨੇੜੇ ਕਿਸੇ ਪ੍ਰਕਾਰ ਦਾ ਦੁੱਖ ਪਾਪ ਕਲੇਸ਼ ਵਿਘਨ ਨਹੀਂ ਆਉਂਦਾ। ਸਤਿਗੁਰਾਂ ਦੀ ਬਾਣੀ ਦੀ ਕਥਾ ਪਰਮੇਸ਼ਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ, ਕਿਉਂਕਿ ਬਾਣੀ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਬਾਣੀ ਨਿਰੰਕਾਰ ਦਾ ਸਰੂਪ ਹੈ। ਤੋ ਗੁਰਬਾਣੀ ਦੀ ਕਥਾ ਨਿਰੰਕਾਰ ਦੀ ਕਥਾ ਹੈ। ਹੇ ਰੱਬ ਦੇ ਪਿਆਰਿਓ ਸੰਤ ਜਨੋ, ਆਓ ਮਿਲੋ, ਸੰਗਤ ਵਿੱਚ ਮਿਲ ਕੇ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਹਰੇਕ ਕਥਾ ਕਰੋ। ਹਰ ਹਰ ਨਾਮ ਬੋਹਿਤ ਹੈ ਕਲ ਜੁਗ, ਕੇਵਟ ਗੁਰ ਸ਼ਬਦ ਤਰਹੁ। ਆ ਜਿਹੜਾ ਕਲਯੁਗ ਦਾ ਸਮਾਂ, ਇਹ ਸਮਾਂ ਭਿਆਨਕ ਸਮਾਂ ਹੈ, ਕਿਉਂਕਿ ਇਹਦੇ ਵਿੱਚ ਪਾਪ ਕਰਮਾਂ ਦੀ ਬਹੁਲਤਾ ਹੈ। ਕਲਯੁਗ ਨੂੰ ਭਿਆਨਕ ਤਾਂ ਕਹਿੰਦੇ ਨੇ ਕਿਉਂਕਿ ਕਲਯੁਗ ਵਿੱਚ ਵਿਕਾਰ ਵੱਧ ਨੇ। ਇਸ ਕਲਯੁਗ ਵਿੱਚ ਪਾਪ ਵੱਧ ਨੇ। ਇਸ ਕਲਯੁਗ ਵਿੱਚ ਝੂਠ ਤੇ ਜ਼ੁਲਮ ਵੱਧ ਹੈ। ਇਸ ਕਲਯੁਗ ਵਿੱਚ ਪਖੰਡ ਵੱਧ ਹੈ। ਇਸ ਕਰਕੇ ਕਲਯੁਗ ਭਿਆਨਕ ਹੈ। ਪਰ ਇਸ ਕਲਯੁਗ ਦੇ ਵਿੱਚ ਇੱਕ ਵਿਸ਼ੇਸ਼ਤਾ ਹੈ ਕਿ ਇਸ ਕਲੀ ਕਾਲ ਦੇ ਸਮੇਂ ਵਿੱਚ ਸਭ ਤੋਂ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਹੈ ਕਿ ਨਾਮ ਦੀ ਕਮਾਈ ਕਰਨ ਵਾਲੇ ਗੁਰਮੁਖ ਥੋੜੀ ਸਾਧਨਾ ਕਰਕੇ ਵੀ ਬਹੁਤਾ ਫਲ ਪ੍ਰਾਪਤ ਕਰ ਲੈਂਦੇ ਨੇ, ਥੋੜੇ ਸਮੇਂ ਵਿੱਚ ਬਹੁਤਾ ਲਾਭ ਹਾਸਲ ਕਰ ਲੈਂਦੇ ਨੇ। ਪਾਤਸ਼ਾਹ ਕਹਿੰਦੇ, ਇਸ ਕਲਯੁਗ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਹਾਜ਼ ਹੈ। ਹਰ ਹਰ ਨਾਮ ਬੋਹਿਤ ਹੈ ਕਲਯੁਗ। ਹਰੀ ਪਰਮੇਸ਼ਰ ਦਾ ਨਾਮ ਇਸ ਕਲਯੁਗ ਵਿੱਚ ਬੋਹਿਤ ਕਹਿੰਦੇ ਨੇ ਜਹਾਜ਼ ਨੂੰ। ਕਲੀ ਕਾਲ ਦੇ ਇਸ ਭਿਆਨਕ ਸਮੇਂ ਵਿੱਚ ਪਰਮੇਸ਼ਰ ਦਾ ਨਾਮ ਜਹਾਜ਼ ਵਾਂਗੂ ਹੈ। ਏਦਾਂ ਕਹਿ ਲੋ ਵੀ ਨਾਮ ਹੀ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਪਰਮੇਸ਼ਰ ਦਾ ਨਾਮ ਜਹਾਜ਼ ਹੈ। ਔਰ ਇਸ ਜਹਾਜ਼ ਨੂੰ ਤੋਰਨ ਵਾਲੇ ਨੇ ਮਲਾ ਧੰਨ ਗੁਰੂ ਨਾਨਕ ਸਾਹਿਬ। ਖੇਵਟ ਗੁਰ, ਖੇਵਟ ਕਹਿੰਦੇ ਨੇ ਮਲਾਹ ਨੂੰ। ਜਹਾਜ਼ ਉਹੀ ਚੱਲੇਗਾ ਨਾ ਜਿਹਦਾ ਮਲਾਹ ਹੋਵੇਗਾ। ਜਿਹਦਾ ਮਲਾਹ ਨਾ ਹੋਵੇ ਉਹ ਜਹਾਜ਼ ਕਿਵੇਂ ਟੁਰੇਗਾ ਭਾਈ? ਪਰਮੇਸ਼ਰ ਦਾ ਉਹ ਨਾਮ ਜਪਣਾ ਜਿਹੜਾ ਗੁਰੂ ਨੇ ਦਿੱਤਾ। ਆਖੋ ਸਤਨਾਮ ਸੇ। ਨਾਮ ਤਾਂ ਪਰਮੇਸ਼ਰ ਦੇ ਕਿਤਨੇ ਹੀ ਨੇ, ਬੇਅੰਤੀ ਨਾਮ ਨੇ, ਗਿਣਤੀ ਕੋਈ ਨਹੀਂ। ਪਰ ਜਪਣਾ ਕਿਹੜਾ? ਜਿਸ ਨਾਮ ਦਾ ਮਲਾਹ ਹੋਵੇ, ਯਾਨੀ ਕਿ ਜਿਹੜਾ ਨਾਮ ਗੁਰੂ ਨੇ ਦਿੱਤਾ ਹੋਵੇ। ਵਾਹਿਗੁਰੂ ਨਾਮ ਜਹਾਜ਼ ਦੇ ਮਲਾਹ ਨੇ ਧੰਨ ਗੁਰੂ ਨਾਨਕ ਸਾਹਿਬ। ਔਰ ਹੇ ਭਾਈ, ਜਿਹੜਾ ਸਤਿਗੁਰਾਂ ਦਾ ਸ਼ਬਦ ਹੈ ਨਾ, ਉਪਦੇਸ਼, ਉਸ ਉਪਦੇਸ਼ ਨੂੰ ਸੁਣੋ। ਸਤਿਗੁਰੂ ਜੀ ਦੇ ਸ਼ਬਦ ਨੂੰ ਸੁਣ ਕੇ, ਮੰਨ ਕੇ, ਉਹਦੀ ਕਮਾਈ ਕਰਕੇ ਫੇਰ ਤੁਸੀਂ ਇਸ ਭਵ ਸਾਗਰ ਤੋਂ, ਇਹ ਸੰਸਾਰ ਸਮੁੰਦਰ ਤੋਂ ਤਰੋਗੇ। ਹੋਰ ਕੋਈ ਤਰੀਕਾ ਨਹੀਂ। ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੁਆਰਾ ਨਾਮ ਦੀ ਕਮਾਈ ਕਰਕੇ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਰੋ ਭਾਈ, ਤਰੋਗੇ। ਮੇਰੇ ਮਨ ਹਰ ਗੁਣ ਹਰ ਚੁਰੋ। ਹੇ ਮੇਰਿਆ ਮਨਾ, ਹਾਲੇ ਵੀ ਵੇਲਾ ਹੈ।
ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਕਹਿ, ਔਰ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਉਚਰ, ਉਹਦੇ ਗੁਣਾਂ ਨੂੰ ਕਹਿ, ਔਰ ਉਹਦੇ ਪਵਿੱਤਰ ਅੰਮ੍ਰਿਤ ਨਾਮ ਨੂੰ ਉਚਾਰਨ ਕਰ। ਇਹੀ ਸਮਾਂ ਤੈਨੂੰ ਪਰਮੇਸ਼ਰ ਨੇ ਬਖਸ਼ਿਆ ਹੈ। ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰੋ। ਜਿਨ੍ਹਾਂ ਦੇ ਮੱਥੇ ਤੇ ਪਾਰ ਬ੍ਰਹਮ ਪਰਮੇਸ਼ਰ ਨੇ ਲੇਖ ਲਿਖੇ ਨੇ, ਉਹੀ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਦੇ ਗੁਣ ਗਾਉਂਦੇ ਨੇ, ਔਰ ਸੰਗਤ ਵਿੱਚ ਮਿਲ ਕੇ ਉਹ ਆਪਣੇ ਆਪ ਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਲੈਂਦੇ ਹਨ। ਸੰਗਤ ਦਾ ਬੜਾ ਵੱਡਾ ਗੁਣ ਹੈ। ਸੰਗਤ ਹਰ ਇੱਕ ਮਾਈ ਭਾਈ ਨੂੰ ਕਰਨੀ ਚਾਹੀਦੀ ਹੈ, ਪਰ ਸੰਗਤ ਕਰਨੀ ਹੈ ਸਤ ਸੰਗਤ। ਝੂਠਿਆਂ ਦੀ ਸੰਗਤ ਨਹੀਂ ਕਰਨੀ, ਸਾਕਤਾਂ ਦੀ ਸੰਗਤ ਨਹੀਂ ਕਰਨੀ, ਦੁਰਜਨਾਂ ਦੀ ਸੰਗਤ ਨਹੀਂ ਕਰਨੀ। ਸੰਗਤ ਗੁਰਮੁਖਾਂ ਦੀ ਕਰਨੀ ਹੈ, ਸੰਗਤ ਮਹਾਂਪੁਰਸ਼ਾਂ ਸਾਧੂਆਂ ਦੀ ਕਰਨੀ ਹੈ, ਸੰਗਤ ਗੁਰੂ ਕੀ ਕਰਨੀ। ਜਦੋਂ ਸੰਗਤ ਕਰੋਗੇ ਤਾਂ ਮਹਾਰਾਜ ਜੀ ਕਹਿੰਦੇ ਸੰਗਤ ਦਾ ਇਹ ਪਰਉਪਕਾਰ ਹੋਵੇਗਾ ਕਿ ਸੰਗਤ ਨਾਲ ਮਿਲ ਕੇ ਤੁਸੀਂ ਇਹ ਸੰਸਾਰ ਤੋਂ ਪਾਰ ਉਤਰੋਗੇ। ਮਿਲ ਸੰਗਤ ਪਾਰ ਪਰਹੋ। ਗੁਰੂ ਕੀ ਸੰਗਤ ਕਰਕੇ, ਸੰਗਤ ਵਿੱਚ ਮਿਲ ਕੇ ਤੁਸੀਂ ਇਸ ਭਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰੋਗੇ। ਰਹਾਉ ਕਾਇਆ ਨਗਰ ਮੈਂ ਰਾਮ ਰਸ ਉਤਮ, ਕਿਉ ਪਾਈਐ ਉਪਦੇਸ਼ ਜਨ ਕਰੋ। ਆ ਜਿਹੜੀ ਸਾਡੀ ਕਾਇਆ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨਗਰ ਸਮਝ ਲਓ। ਜਿਵੇਂ ਨਗਰ ਹੁੰਦੇ ਆ ਵੱਡੇ, ਇਹ ਕਾਇਆ ਵੀ ਬੜਾ ਵੱਡਾ ਨਗਰ ਹੈ। ਇਸ ਕਾਇਆ ਵਿੱਚ ਪਰਮੇਸ਼ਰ ਨੇ ਬਹੁਤ ਕੁਝ ਸਿਰਜਿਆ। ਇਤਨਾ ਵੱਡਾ ਨਗਰ ਕਿ ਪੂਰੀ ਧਰਤੀ ਇਸ ਕਾਇਆ ਦੇ ਵਿੱਚ ਹੀ ਹੈ, ਪੂਰਾ ਬ੍ਰਹਿਮੰਡ ਇਸ ਕਾਇਆ ਵਿੱਚ ਹੈ। ਸਾਇੰਸ ਇਹ ਕਹਿੰਦੀ ਹੈ ਕਿ ਸਾਡੇ ਸਰੀਰ ਵਿੱਚ ਚੱਲ ਰਹੀਆਂ ਖੂਨ ਦੀਆਂ ਜਿਹੜੀਆਂ ਧਮਨੀਆਂ ਨੇ, ਜਿਹਨਾਂ ਨੂੰ ਆਪਾਂ ਨਾੜੀ ਤੰਤਰ ਕਹਿੰਦੇ ਹਾਂ, ਖੂਨ ਦੀਆਂ ਕੋਸ਼ਿਕਾਵਾਂ ਨੇ, ਉਹਨਾਂ ਨੂੰ ਜੇ ਸੂਤਰਬੱਧ ਤਰੀਕੇ ਨਾਲ ਇਕੱਠੀਆਂ ਕੀਤਾ ਜਾਵੇ, ਇੱਕ ਨਾਲ ਦੂਜੀ ਜੋੜ ਕੇ ਅੱਗੇ ਉਹਦਾ ਵਿਸਥਾਰ ਕੀਤਾ ਜਾਏ, ਤੇ ਉਹ ਨਾੜੀਆਂ ਦਾ ਇਤਨਾ ਲੰਮਾ ਵਿਸਥਾਰ ਹੋ ਜਾਂਦਾ ਹੈ ਕਿ ਪੂਰੀ ਧਰਤੀ ਨੂੰ ਉਹਦੇ ਨਾੜੀਆਂ ਨਾਲ 7 ਵਾਰ ਲਪੇਟਿਆ ਜਾ ਸਕਦਾ। ਪੂਰੀ ਧਰਤੀ ਨੂੰ ਤੋ ਨਿਰੰਕਾਰ ਨੇ ਕਿਤਨਾ ਕੁਝ ਇਸ ਕਾਇਆ 'ਚ ਸਿਰਜਿਆ। ਸੈਂਕੜੇ ਮੀਲਾਂ ਦਾ ਪੰਧ ਸਾਡੇ ਸਰੀਰ ਵਿੱਚ ਖੂਨ ਰੋਜ਼ਾਨਾ ਤੈਅ ਕਰਦਾ ਹੈ। ਸੈਂਕੜੇ ਮੀਲਾਂ ਦਾ ਪੰਧ, ਹਜ਼ਾਰਾਂ ਟਿਸ਼ੂ ਨਵੇਂ ਬਣ ਰਹੇ ਨੇ, ਪੈਦਾ ਹੋ ਰਹੇ ਨੇ, ਟੁੱਟ ਰਹੇ ਨੇ, ਖਤਮ ਹੋ ਰਹੇ ਨੇ। ਇਹ ਤਾਂ ਸਥੂਲ ਸਰੀਰ ਦੀ ਗੱਲ ਹੋ ਰਹੀ ਹੈ ਨਾ। ਸੂਖਸ਼ਮ ਰੂਪ ਵਿੱਚ ਇਸ ਸਰੀਰ 'ਚ ਪਰਮੇਸ਼ਰ ਨੇ ਕਿਤਨਾ ਕੁਝ ਪਾਇਆ, ਉਹਦੀ ਗਿਣਤੀ ਮਿਣਤੀ ਨਹੀਂ। ਇਹਦੇ ਵਿੱਚ ਸਾਰੇ ਰਸ ਨੇ, ਕਾਇਆ ਵਿੱਚ ਹੀ ਨੇ ਸਾਰੇ ਰਸ। ਅਸੀਂ ਸੋਚਦੇ ਹਾਂ ਵੀ ਸ਼ਾਇਦ ਅਸੀਂ ਜਿਹੜਾ ਪਦਾਰਥ ਖਾ ਰਹੇ ਹਾਂ ਵੀ ਸਾਨੂੰ ਉਹਦੇ 'ਚ ਰਸ ਆਉਂਦਾ। ਪਦਾਰਥ 'ਚ ਰਸ ਨਹੀਂ ਹੈ। ਆ ਪਿੱਛੇ ਜੀ ਜਦੋਂ ਕਰੋਨਾ ਫੈਲਿਆ, ਕਈਆਂ ਦੀ ਸੁਗੰਧੀ ਚਲੀ ਗਈ, ਕਈਆਂ ਦੇ ਜ਼ੁਬਾਨ ਦਾ ਟੇਸਟ ਚਲਾ ਗਿਆ। ਉਹ ਮਿੱਠਾ ਖਾਂਦੇ, ਉਹਨਾਂ ਨੂੰ ਮਿੱਠਾ ਮਿੱਠਾ ਨਹੀਂ ਸੀ ਲੱਗਦਾ। ਕੌੜਾ ਖਾਂਦੇ, ਕੌੜਾ ਕੌੜਾ ਨਹੀਂ ਸੀ ਲੱਗਦਾ। ਇਹਦਾ ਮਤਲਬ ਇਹੀ ਹੈ ਨਾ ਵੀ ਸਭ ਕੁਝ ਇਸ ਕਾਇਆ ਵਿੱਚ ਹੈ ਨਾ। ਜੇ ਉਹਨਾਂ ਪਦਾਰਥਾਂ ਵਿੱਚ ਮਿਠਾਸ ਹੁੰਦੀ, ਪਦਾਰਥਾਂ ਵਿੱਚ ਕੁੜੱਤਣ ਹੁੰਦੀ, ਤਾਂ ਫਿਰ ਮਹਿਸੂਸ ਹੋਣੀ ਚਾਹੀਦੀ ਸੀ। ਕਾਇਆ ਵਿੱਚੋਂ ਹੀ ਖਤਮ ਹੋ ਗਈ ਤਾਂ ਉਹਨਾਂ ਵਿੱਚੋਂ ਵੀ ਖਤਮ ਹੋ ਗਈ। ਅਸੀਂ ਸੋਚਦੇ ਹਾਂ ਵੀ ਸ਼ਾਇਦ ਇਹ ਰਸ ਇਸ ਪਦਾਰਥ ਦਾ ਹੈ। ਕਿਸੇ ਪਦਾਰਥ ਵਿੱਚ ਕੋਈ ਰਸ ਨਹੀਂ। ਰਸ ਸਾਡਾ ਆਪਣੇ ਆਪੇ ਦਾ ਹੈ, ਜਿਹੜਾ ਅਸੀਂ ਕਲਪਨਾ ਕਰ ਲੈਂਦੇ ਹਾਂ ਵੀ ਸਾਨੂੰ ਇਸ ਪਦਾਰਥ ਚੋਂ ਮਿਲਦਾ ਹੈ। ਛੋਟਾ ਜਿਹਾ ਬੱਚਾ ਹੁੰਦਾ, ਉਹਨੂੰ ਨਹੀਂ ਪਤਾ ਵੀ ਅੰਗੂਠੇ 'ਚੋਂ ਦੁੱਧ ਆ ਰਿਹਾ ਜਾਂ ਨਹੀਂ ਆ ਰਿਹਾ।
ਉਹਨੂੰ ਉਹਦੇ ਚੋਂ ਰਸ ਆਉਂਦਾ, ਮੂੰਹ ਵਿੱਚ ਲੈ ਕੇ ਚੂਸੀ ਜਾਂਦਾ ਉਸ ਅੰਗੂਠੇ ਨੂੰ, ਆਪਣੇ ਮੂੰਹ ਦੀ ਲਾਰ ਹੀ ਉਸ ਅੰਗੂਠੇ ਵਿੱਚੋਂ ਉਹਨੂੰ ਚੂਸਣ ਨੂੰ ਮਿਲਦੀ ਤੇ ਉਹਨੂੰ ਭੁਲੇਖਾ ਹੁੰਦਾ ਕਿ ਇਹ ਜਿਹੜੀ ਲਾਰ, ਜਿਹੜਾ ਇਹ ਰਸ ਮੇਰੇ ਮੂੰਹ ਵਿੱਚ ਆ ਰਿਹਾ, ਅੰਗੂਠੇ ਵਿੱਚੋਂ ਆ ਰਿਹਾ। ਹਾਲਾਂਕਿ ਅੰਗੂਠੇ ਚੋਂ ਨਹੀਂ ਆ ਰਿਹਾ, ਉਹਦੇ ਆਪਣੇ ਮੂੰਹ ਦੀ ਲਾਰ ਹੀ ਹੈ ਜਿਹੜੀ ਉਸ ਅੰਗੂਠੇ ਨਾਲ ਸਪਰਸ਼ ਕਰਕੇ ਉਹਦੇ ਮੂੰਹ ਵਿੱਚ ਆ ਰਹੀ ਹੈ। ਉਸ ਬੱਚੇ ਦੇ ਮਨਿੰਦ ਸਾਡੀ ਸਾਰਿਆਂ ਦੀ ਦਸ਼ਾ ਹੈ। ਅਸੀਂ ਜਿਤਨੇ ਰਸ ਨੇ ਉਹ ਪਦਾਰਥਾਂ 'ਚ ਮਨ ਬੈਠੇ, ਅਸਲ ਵਿੱਚ ਪਦਾਰਥਾਂ 'ਚ ਕੋਈ ਰਸ ਨਹੀਂ। ਜੇ ਪਦਾਰਥਾਂ 'ਚ ਕੋਈ ਰਸ ਹੁੰਦਾ ਤੇ ਕਿਸੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਬੰਦੇ ਦੇ ਮੂੰਹ ਵਿੱਚ ਰਸਗੁੱਲਾ ਪਾ ਦਈਏ ਤਾਂ ਉਹਨੂੰ ਦੱਸਣਾ ਚਾਹੀਦਾ ਵੀ ਇਹ ਰਸ ਵਾਲਾ ਹੈ, ਕਿਉਂਕਿ ਅੰਦਰ ਚੇਤਨਾ ਨਹੀਂ ਤੇ ਉਹਦੇ ਵਿੱਚੋਂ ਵੀ ਉਹਨੂੰ ਕੋਈ ਰਸ ਨਹੀਂ। ਇਸ ਕਾਇਆ ਵਿੱਚ ਸਾਰੇ ਰਸ ਨੇ। ਪਾਤਸ਼ਾਹ ਕਹਿੰਦੇ ਜਿੱਥੇ ਬੇਅੰਤ ਰਸਾਂ ਵਾਲੀ ਇਹ ਕਾਇਆ ਹੈ, ਇਸ ਕਾਇਆ ਦੇ ਇਸ ਨਗਰ ਵਿੱਚ ਸਭ ਤੋਂ ਉੱਤਮ ਰਸ ਹੈ, ਉਹ ਹੈ ਰਾਮ ਦੇ ਨਾਮ ਦਾ ਰਸ। ਕਾਇਆ ਨਗਰ ਮਹਿ ਰਾਮ ਰਸ ਉੱਤਮ। ਕਾਇਆ ਦੇ ਇਸ ਨਗਰ ਵਿੱਚ ਸਭ ਤੋਂ ਉੱਤਮ ਰਸ ਪਰਮੇਸ਼ਰ ਦੇ ਨਾਮ ਦਾ ਰਸ ਹੈ, ਸਭ ਤੋਂ ਉੱਤਮ ਰਸ। ਜਿਸ ਰਸ ਵਰਗਾ ਦੁਨੀਆ 'ਚ ਕੋਈ ਰਸ ਨਹੀਂ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਸਭ ਤੋਂ ਉੱਤਮ ਰਸ ਰਾਮ ਰਸ ਹੈ, ਜਿਸ ਨੂੰ ਪੀ ਕੇ ਮਹਾਰਾਜ ਜੀ ਕਹਿੰਦੇ ਬਾਕੀ ਸਾਰੇ ਹੀ ਰਸ ਵਿਸਰ ਗਏ ਨੇ। ਪਾਤਸ਼ਾਹ ਨੇ ਰਾਮ ਦੇ ਨਾਮ ਰਸ ਨੂੰ ਗੁਰਬਾਣੀ ਵਿੱਚ ਰਸਾਇਣ ਲਿਖਿਆ। ਰਸਾਇਣ, ਰਸਾਇਣ ਕਿਹਨੂੰ ਕਹਿੰਦੇ? ਜਿਹੜਾ ਰਸਾਂ ਦਾ ਘਰ ਹੋਵੇ। ਪਾਤਸ਼ਾਹ ਕਹਿੰਦੇ ਹੇ ਪ੍ਰਭੂ, ਤੇਰਾ ਨਾਮ ਹੀ ਮੇਰੇ ਵਾਸਤੇ 36 ਪ੍ਰਕਾਰ ਦੇ ਭੋਜਨ ਨੇ, ਜਿਨ੍ਹਾਂ ਨੂੰ ਖਾ ਕੇ ਮੈਂ ਤ੍ਰਿਪਤ ਹੋ ਰਿਹਾ। ਹੇ ਪ੍ਰਭੂ, ਤੇਰਾ ਅੰਮ੍ਰਿਤ ਨਾਮ ਹੀ ਮੇਰੇ ਵਾਸਤੇ ਚੰਗੇ ਵਧੀਆ ਘੋੜੇ ਨੇ, ਹਾਥੀ ਨੇ, ਰਥ ਨੇ, ਜਿਨ੍ਹਾਂ ਤੇ ਮੈਂ ਸਵਾਰੀ ਦਾ ਆਨੰਦ ਲੈ ਰਿਹਾ। ਹੇ ਪ੍ਰਭੂ, ਤੇਰਾ ਨਾਮ ਹੀ ਮੇਰੇ ਲਈ ਕੀਮਤੀ ਰੇਸ਼ਮ ਤੇ ਪਸ਼ਮੀਨੇ ਦੇ ਬਸਤਰ ਨੇ, ਜਿਨ੍ਹਾਂ ਨੂੰ ਪਹਿਨ ਕੇ ਮੇਰਾ ਲੋਕ ਪਰਲੋਕ ਵਿੱਚ ਪੜਦਾ ਕੱਜਿਆ ਜਾ ਰਿਹਾ ਹੈ। ਹੇ ਹਰੀ, ਤੇਰਾ ਨਾਮ ਹੀ ਮੇਰਾ ਪਿਤਾ ਹੈ, ਤੇਰਾ ਨਾਮ ਹੀ ਮੇਰੀ ਮਾਤਾ ਹੈ, ਤੇਰਾ ਨਾਮ ਹੀ ਮੇਰਾ ਸਖਾ, ਭਰਾ, ਮਿੱਤਰ, ਪੁੱਤ, ਭਾਈ, ਸਭ ਤੇਰਾ ਨਾਮ ਹੀ ਹੈ। ਕਾਇਆ ਨਗਰ ਵਿੱਚ ਸਭ ਤੋਂ ਉੱਤਮ ਰਸ ਹੈ ਰਾਮ ਰਸ। ਹੁਣ ਪਾਤਸ਼ਾਹ ਕਹਿੰਦੇ ਕਿਉਂ ਪਾਈਐ ਉਪਦੇਸ਼ ਜਨ ਕਰੋ। ਹੇ ਰੱਬ ਦੇ ਪਿਆਰਿਓ ਜਨੋ, ਇਹ ਦੱਸੋ ਕਿ ਜਿਹੜਾ ਇਸ ਕਾਇਆ ਵਿੱਚ ਰਾਮ ਰਸ ਵਸਦਾ ਹੈ, ਉਹਨੂੰ ਮੈਂ ਕਿਵੇਂ ਪ੍ਰਾਪਤ ਕਰਾਂ? ਉਹਦੀ ਪ੍ਰਾਪਤੀ ਮੈਨੂੰ ਕਿਵੇਂ ਹੋਵੇ? ਉਹਦਾ ਉਪਦੇਸ਼ ਦਿਓ ਮੈਨੂੰ, ਉਹਦਾ ਤਰੀਕਾ ਦੱਸੋ ਕਿ ਇਸ ਕਾਇਆ ਨਗਰ ਵਿੱਚ ਮੈਂ ਰਾਮ ਰਸ ਦੀ ਪ੍ਰਾਪਤੀ ਕਿਵੇਂ ਕਰਾਂ? ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲੇ ਅੰਮ੍ਰਿਤ ਹਰ ਰਸ ਪੀਵੋ। ਇਹ ਭਾਈ ਸਤਿਗੁਰਾਂ ਦੀ ਸੇਵਾ ਕਰੋ। ਫਿਰ ਰੱਬ ਦੇ ਪਿਆਰੇ ਦੱਸਦੇ ਨੇ ਵੀ ਕਿਵੇਂ ਮਿਲਦਾ ਹੈ ਰਾਮ ਰਸ। ਕਹਿੰਦੇ ਸਤਿਗੁਰ ਸੇਵ ਸਫਲ ਹਰ ਦਰਸ਼ਨ। ਸਤਿਗੁਰਾਂ ਦੀ ਸੇਵਾ ਕਰੋ, ਕਿਉਂਕਿ ਸਤਿਗੁਰੂ ਜੀ ਦੇ ਦਰਸ਼ਨ ਸਫਲ ਦਰਸ਼ਨ ਨੇ। ਸਤਿਗੁਰਾਂ ਦੇ ਦਰਸ਼ਨਾਂ ਚੋਂ ਹਰੀ ਦੇ ਸਫਲ ਦਰਸ਼ਨ ਪ੍ਰਾਪਤ ਹੁੰਦੇ ਨੇ। ਜਦੋਂ ਸਤਿਗੁਰਾਂ ਨੂੰ ਮਿਲੋਗੇ ਤਾਂ ਸਤਿਗੁਰਾਂ ਨੂੰ ਮਿਲ ਕੇ ਫਿਰ ਤੁਸੀਂ ਇਸ ਰਾਮ ਨਾਮ ਦੇ ਅੰਮ੍ਰਿਤ ਰਸ ਨੂੰ ਆਪਣੇ ਅੰਦਰੋਂ ਪੀਵੋਗੇ। ਇੱਕੋ ਤਰੀਕਾ ਹੈ ਇਸ ਰਾਮ ਰਸ ਨੂੰ ਪ੍ਰਾਪਤ ਕਰਨ ਦਾ, ਉਹ ਹੈ ਗੁਰੂ ਨਾਲ ਮਿਲਣਾ। ਗੁਰੂ ਨਾਲ ਮਿਲ ਕੇ ਹੀ ਇਸ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਮਿਲੇ ਅੰਮ੍ਰਿਤ ਹਰ ਰਸ ਪੀਓ। ਹੇ ਭਾਈ, ਸਤਿਗੁਰਾਂ ਨਾਲ ਮਿਲ ਕੇ ਇਸ ਅੰਮ੍ਰਿਤ ਨਾਮ ਰੂਪੀ ਰਸ ਨੂੰ ਆਪਣੇ ਅੰਦਰੋਂ ਪੀਵਣਾ ਕਰੋ। ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ, ਹਰ ਸੰਤੋ ਚਾਖ ਦੇਖੋ। ਹੇ ਹਰੀ ਦੇ ਸੰਤ ਜਨੋ,
ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਅੰਮ੍ਰਿਤ ਰਸ ਹੈ ਤੇ ਮਿੱਠਾ ਹੈ, ਪਿਆਰਾ ਹੈ। ਇਹਨੂੰ ਚੱਖ ਕੇ ਵੇਖੋ। ਹਰ ਸੰਤੋ ਚਾਖ ਦੇਖੋ, ਇਹਨੂੰ ਚੱਖ ਕੇ ਵੇਖੋ ਕਿ ਮਿੱਠਾ ਹੈ, ਇਹ ਪਿਆਰਾ ਹੈ। ਇਹਦੇ ਤੋਂ ਪਿਆਰਾ ਹੋਰ ਕੁਝ ਨਹੀਂ। ਕੇਵਲ ਕਹਿਣ ਨਾਲ ਨਹੀਂ ਸਮਝ ਆਉਣੀ, ਕੇਵਲ ਸੁਣਨ ਨਾਲ ਨਹੀਂ ਸਮਝ ਆਉਣੀ। ਜਦੋਂ ਤੱਕ ਤੁਸੀਂ ਇਹਨੂੰ ਜਪ ਕੇ ਨਹੀਂ ਵੇਖਦੇ, ਇਹਨੂੰ ਚੱਖ ਕੇ ਨਹੀਂ ਵੇਖਦੇ। ਚਖਣਾ ਕਿਵੇਂ ਆ? ਜਪ ਜਪ ਕੇ ਹੀ ਚਖਿਆ ਜਾ ਸਕਦਾ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਹਰ ਸੰਤੋ ਚਾਖ ਦੇਖੋ, ਹਰ ਸੰਤੋ ਚਾਖ ਦੇਖੋ, ਹਰ ਸੰਤੋ ਚਾਖ ਦੇਖੋ, ਹਰ ਸੰਤੋ ਚਾਖ ਦੇਖੋ। ਇਹ ਭਾਈ ਇਹਨੂੰ ਜਪ ਜਪ ਕੇ ਹੈ ਹਰੀ ਕੇ ਸੰਤ ਜਨੋ ਸਤ ਸੰਗਿਓ, ਇਹਨੂੰ ਚੱਖ ਕੇ ਵੇਖੋ ਕਿ ਕੈਸਾ ਮਿੱਠਾ ਤੇ ਪਿਆਰਾ ਨਾਮ ਹੈ। ਗੁਰਮਤਿ ਹਰ ਰਸ ਮਿੱਠਾ ਲਾਗਾ, ਤਿਨ ਬਿਸਰੈ ਸਭ ਬਿਖ ਰਸ ਹੋ। ਗੁਰੂ ਦੀ ਮੱਤ ਦੇ ਨਾਲ ਜਿਨ੍ਹਾਂ ਨੂੰ ਇਹ ਹਰੀ ਦਾ ਨਾਮ ਰਸ ਮਿੱਠਾ ਲੱਗਦਾ ਹੈ, ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਨੂੰ ਇਹ ਨਾਮ ਮਿੱਠਾ ਲੱਗਦਾ ਹੈ, ਉਹਨਾਂ ਦੇ ਅੰਦਰੋਂ ਸਾਰੇ ਜ਼ਹਿਰ ਰੂਪੀ ਰਸ ਵਿਸਰ ਜਾਂਦੇ ਹਨ। ਜਿਨ੍ਹਾਂ ਨੂੰ ਨਾਮ ਰਸ ਮਿੱਠਾ ਲੱਗ ਗਿਆ, ਉਹਨਾਂ ਦੇ ਅੰਦਰੋਂ ਫਿਰ ਸੰਸਾਰ ਦੇ ਜਿਤਨੇ ਵਿਸ਼ੇ ਰਸ ਨੇ ਜ਼ਹਿਰ ਰੂਪੀ, ਉਹ ਵਿਸਰ ਜਾਂਦੇ ਹਨ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵ ਸੰਤ ਜਨ। ਹੇ ਭਾਈ, ਪਰਮੇਸ਼ਰ ਦਾ ਨਾਮ ਸਾਰੇ ਰਸਾਂ ਦਾ ਰਸਾਇਣ ਘਰ ਹੈ। ਹੇ ਹਰੀ ਦੇ ਸੰਤ ਜਨੋ, ਇਸ ਹਰੀ ਦੇ ਅੰਮ੍ਰਿਤ ਨਾਮ ਨੂੰ ਸੇਵੋ, ਇਹਨੂੰ ਜਪੋ, ਇਹਨੂੰ ਆਪਣੇ ਸਵਾਸਾਂ ਦਾ ਆਧਾਰ ਬਣਾਵੋ। ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜੋ। ਚਾਰ ਪਦਾਰਥ ਨੇ, ਧਰਮ ਅਰਥ ਕਾਮ ਮੋਕਸ਼। ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ ਜਿਹੜੇ ਗੁਰੂ ਦੀ ਮੱਤ ਲੈ ਕੇ ਹਰੀ ਦੇ ਨਾਮ ਦਾ ਭਜਨ ਕਰਦੇ ਨੇ। ਚਾਰ ਪਦਾਰਥ ਨੇ ਨਾ, ਧਰਮ ਅਰਥ ਕਾਮ ਮੋਕਸ਼। ਗੁਰੂ ਦੀ ਮੱਤ ਲੈ ਕੇ ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਨੇ, ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਸ਼ਬਦ ਦੀ ਅਖੀਰਲੀ ਪੰਕਤੀ 'ਚ ਫਰਮਾਉਂਦੇ ਨੇ ਕਿ ਉਹਨਾਂ ਨੂੰ ਚਾਰੇ ਦੇ ਚਾਰੀ ਪਦਾਰਥ ਪ੍ਰਾਪਤ ਹੋ ਜਾਂਦੇ ਹਨ।